ਇਹ ਇਲੈਕਟ੍ਰੀਕਲ ਇੰਜੀਨੀਅਰਿੰਗ ਐਗਜ਼ਾਮ ਦੀ ਤਿਆਰੀ ਦੇ ਲਈ ਤੀਸਰਾ ਲੈਕਚਰ ਹੈ। ਇਸ ਲੈਕਚਰ ਦੇ ਵਿੱਚ ਬੇਸਿਕ ਆਫ ਇਲੈਕਟ੍ਰੀਕਲ ਇੰਜੀਨੀਅਰਿੰਗ ਦੇ ਕੁਝ ਕਨਸੈਪਟ ਕਵਰ ਕਰਾਂਗੇ। ਲੇਟੈਸਟ ਅਪਡੇਟ ਦੇ ਲਈ ਤੁਸੀਂ ਟੈਲੀਗ੍ਰਾਮ ਚੈਨਲ ਵੀ ਜੁਆਇਨ ਕਰ ਸਕਦੇ ਜੇ ਤੇ ਨਾਲ ਦੀ ਨਾਲ ਤੁਸੀਂ ਐਪ ਨੂੰ ਵੀ ਡਾਊਨਲੋਡ ਕਰ ਸਕਦੇ ਜੇ, ਜਿਸ ਦਾ ਲਿੰਕ ਡਿਸਕ੍ਰਿਪਸ਼ਨ ਦੇ ਵਿੱਚ ਤੁਹਾਨੂੰ ਮਿਲ ਜਾਵੇਗਾ। ਤੇ ਸਟਾਰਟ ਕਰਦੇ ਹਾਂ ਹੁਣ ਇਲੈਕਟ੍ਰਿਕ ਕਰੰਟ ਤੋਂ। ਇਲੈਕਟ੍ਰਿਕ ਕਰੰਟ, ਇਲੈਕਟ੍ਰਿਕ ਕਰੰਟ ਕੀ ਹੁੰਦਾ ਹੈ? ਠੀਕ ਹੈ, ਇਸ ਨੂੰ ਸਮਝਣ ਦੇ ਲਈ ਅਸੀਂ ਦੋ ਡਾਇਗਰਾਮਸ ਨੂੰ ਡਰਾ ਕਰਾਂਗੇ। ਠੀਕ ਹੈ, ਇਹ ਦੋ ਡਾਇਗਰਾਮਸ ਨੇ, ਕਿਉਂਕਿ ਜਿੰਨੇ ਵੀ ਕੰਡਕਟਿਵ ਜਾਂ ਫਿਰ ਸੈਮੀ ਕੰਡਕਟਿਵ ਮਟੀਰੀਅਲ ਹੁੰਦੇ ਨੇ ਉਹਨਾਂ ਦੇ ਵਿੱਚ ਫ੍ਰੀ ਇਲੈਕਟ੍ਰੋਨਸ ਹੁੰਦੇ ਨੇ। ਜਿੰਨੇ ਵੀ ਸੈਮੀ ਕੰਡਕਟਿਵ ਜਾਂ ਕਹਿ ਸਕਦੇ ਹਾਂ ਸੈਮੀ ਕੰਡਕਟਰਸ ਹੋਣਗੇ ਜਾਂ ਫਿਰ ਕੰਡਕਟਰਸ ਹੋਣਗੇ, ਉਹਨਾਂ ਦੇ ਵਿੱਚ ਕੁਝ ਫ੍ਰੀ ਇਲੈਕਟ੍ਰੋਨਸ ਹੁੰਦੇ ਨੇ। ਠੀਕ ਹੈ, ਜਿਵੇਂ ਕਿ ਤੁਸੀਂ ਇਸ ਡਾਇਗਰਾਮ ਦੇ ਵਿੱਚ ਦੇਖ ਸਕਦੇ ਜੀ। ਐਰੋ ਦੇ ਨਾਲ ਜੋ ਮੈਂ ਰਿਪਰੈਜ਼ੈਂਟ ਕਰ ਰਿਹਾ ਇਹ ਕੀ ਨੇ? ਇਹ ਐਰੋਜ਼ ਨੇ, ਮੀਨਸ ਇਹ ਇਲੈਕਟ੍ਰੋਨਸ ਨੇ। ਬਟ ਇਹ ਇਲੈਕਟ੍ਰੋਨਸ ਜਿਹੜੇ ਆ ਰੈਂਡਮ ਓਰੀਐਂਟੇਸ਼ਨ ਦੇ ਵਿੱਚ, ਰੈਂਡਮ ਡਾਇਰੈਕਸ਼ਨ ਦੇ ਵਿੱਚ ਮੂਵ ਕਰ ਰਹੇ ਨੇ, ਕਿਉਂਕਿ ਇਹਨਾਂ ਇਲੈਕਟ੍ਰੋਨਸ ਨੂੰ ਕੋਈ ਵੀ ਫੋਰਸ ਨਹੀਂ ਦਿੱਤੀ ਗਈ। ਬਾਹਰੀ ਫੋਰਸ ਮੀਨਸ ਵੋਲਟੇਜ ਜਾਂ ਫਿਰ ਇਲੈਕਟ੍ਰਿਕ ਪੋਟੈਂਸ਼ੀਅਲ ਜਿਹੜਾ ਨਹੀਂ ਦਿੱਤਾ ਗਿਆ। ਇਸ ਕਰਕੇ ਕੀ ਆ, ਇਹ ਰੈਂਡਮ ਪੋਜੀਸ਼ਨ ਦੇ ਵਿੱਚ ਜਾਂ ਰੈਂਡਮ ਡਾਇਰੈਕਸ਼ਨ ਦੇ ਵਿੱਚ ਮੂਵ ਕਰਦੇ ਪਏ ਨੇ। ਬਟ ਜਿਵੇਂ ਹੀ ਇੱਥੇ ਆਪਾਂ ਕੋਈ ਜਿਹੜਾ ਸਾਡਾ ਕੰਡਕਟਰ ਹੈ ਉਸ ਨੂੰ ਜਿੱਦਾਂ ਹੀ ਆਪਾਂ ਕਿਸੇ ਬੈਟਰੀ ਦੇ ਸੋਰਸ ਦੇ ਨਾਲ ਜੋੜ ਦਿੱਤਾ, ਬੈਟਰੀ ਦੇ ਸੋਰਸ ਦਾ ਮਤਲਬ ਕੀ ਆ, ਵੋਲਟੇਜ ਸੋਰਸ ਦੇ ਨਾਲ ਜੋੜ ਦਿੱਤਾ, ਤੇ ਕੀ ਹੋਏਗਾ? ਜਿਹੜੇ ਸਾਡੇ ਕੋਲ ਇਹ ਵਾਲੇ ਇਲੈਕਟ੍ਰੋਨਸ ਨੇ ਇੱਕ ਸਪੈਸੀਫਿਕ ਡਾਇਰੈਕਸ਼ਨ ਦੇ ਵਿੱਚ ਮੂਵ ਕਰਨਾ ਸ਼ੁਰੂ ਕਰ ਦੇਣਗੇ। ਠੀਕ ਹੈ, ਇਸ ਨੂੰ ਕੀ ਕਹਿੰਦੇ ਨੇ? ਇਸ ਨੂੰ ਕਹਿੰਦੇ ਨੇ ਇਲੈਕਟ੍ਰਿਕ ਕਰੰਟ। ਜਦੋਂ ਵੀ ਇਲੈਕਟ੍ਰੋਨਸ ਇੱਕ ਪਰਟੀਕੂਲਰ ਡਾਇਰੈਕਸ਼ਨ ਦੇ ਵਿੱਚ ਮੂਵ ਕਰਦੇ ਨੇ ਉਹਨਾਂ ਨੂੰ ਕਹਿੰਦੇ ਨੇ ਇਲੈਕਟ੍ਰਿਕ ਕਰੰਟ, ਕਿਉਂਕਿ ਇਲੈਕਟ੍ਰੋਨਸ ਤੇ ਹਰ ਚੀਜ਼ ਦੇ ਵਿੱਚ ਹੀ ਨੇ। ਜਿੰਨੇ ਵੀ ਮੈਟਰ ਨੇ, ਸਬਸਟੈਂਸ ਨੇ, ਮਟੀਰੀਅਲਸ ਨੇ, ਉਹ ਐਟਮ ਤੋਂ ਮਿਲ ਕੇ ਬਣੇ ਨੇ। ਐਟਮ ਦੇ ਵਿੱਚ, ਐਟਮ ਦਾ ਪਾਰਟ ਹੀ ਇਲੈਕਟ੍ਰੋਨ ਹੈ। ਠੀਕ ਹੈ, ਇਲੈਕਟ੍ਰੋਨ ਕੀ ਨੇ? ਐਟਮ ਦੇ ਪਾਰਟ ਨੇ। ਓਕੇ, ਤੇ ਜਿਹੜੇ ਇਲੈਕਟ੍ਰੋਨਸ ਨੇ ਉਹ ਰੈਂਡਮ ਡਾਇਰੈਕਸ਼ਨ ਦੇ ਵਿੱਚ ਮੂਵ ਕਰਦੇ ਰਹਿੰਦੇ ਨੇ ਜਿੰਨੀ ਦੇਰ ਤੱਕ ਉਹਨਾਂ ਨੂੰ ਬਾਹਰੀ ਕੋਈ ਫੋਰਸ ਜਾਂ ਫਿਰ ਕਹਿ ਲਓ ਕਿ ਬੈਟਰੀ ਦੇ ਨਾਲ ਨਹੀਂ ਜੋੜਿਆ ਜਾਂਦਾ ਜਾਂ ਫਿਰ ਆਪਾਂ ਟੈਂਪਰੇਚਰ ਨਹੀਂ ਦਿੰਦੇ। ਠੀਕ ਹੈ, ਇੱਥੇ ਆਪਾਂ ਸਿਰਫ ਬੈਟਰੀ ਦੀ ਗੱਲ ਕਰਾਂਗੇ। ਤੇ ਉਨੀ ਦੇਰ ਤੱਕ ਇਹਨਾਂ ਨੇ ਰੈਂਡਮ ਪੋਜੀਸ਼ਨ ਦੇ ਵਿੱਚ ਮੂਵ ਕਰਦੇ ਰਹਿਣਾ। ਜਿੱਦਾਂ ਹੀ ਆਪਾਂ ਇਹਨੂੰ ਬੈਟਰੀ ਦੇ ਨਾਲ ਮੀਨਸ ਐਕਸਟਰਨਲ ਫੋਰਸ ਅਪਲਾਈ ਕਰ ਦਿੱਤੀ ਹੈ, ਐਕਸਟਰਨਲ ਫੀਲਡ ਦੇ ਦਿੱਤਾ ਹੈ, ਤੇ ਇੱਕ ਪਰਟੀਕੂਲਰ ਡਾਇਰੈਕਸ਼ਨ ਦੇ ਵਿੱਚ ਇਹ ਮੂਵ ਕਰਨਾ ਸਟਾਰਟ ਕਰ ਦਿੰਦੇ ਨੇ। ਇਸ ਚੀਜ਼ ਨੂੰ ਕਹਿੰਦੇ ਨੇ ਇਲੈਕਟ੍ਰਿਕ ਕਰੰਟ। Okay, the rate of flow of charge, the rate of flow of charge ਜਾਂ ਫਿਰ electrons through a closed circuit। ਕਰੰਟ ਨੂੰ ਫਲੋ ਕਰਨ ਦੇ ਲਈ ਕਲੋਜ਼ ਸਰਕਿਟ ਚਾਹੀਦੀ ਹੈ, ਥਰੂ ਆ ਕਲੋਜ਼ ਸਰਕਿਟ। ਜੇਕਰ ਸਰਕਿਟ ਕਲੋਜ਼ ਹੋਏਗਾ ਕਰੰਟ ਫਲੋ ਕਰੇਗਾ, ਨਹੀਂ ਤੇ ਕਰੰਟ ਨਹੀਂ ਫਲੋ ਕਰੇਗਾ। ਥਰੂ ਆ closed circuit is called electric current, is called electric current। ਓਕੇ, ਚਾਰਜ ਦੇ ਫਲੋ ਹੋਣ ਨੂੰ ਆਪਾਂ ਕੀ ਕਹਿੰਦੇ ਆ? ਇਲੈਕਟ੍ਰਿਕ ਕਰੰਟ ਕਹਿੰਦੇ ਆ। ਤੇ ਇਲੈਕਟ੍ਰਿਕ ਕਰੰਟ ਕਦੋਂ ਫਲੋ ਕਰਦਾ ਹੈ? ਜਦੋਂ ਸਰਕਿਟ ਕਲੋਜ਼ ਹੋਵੇ। ਓਪਨ ਸਰਕਿਟ ਦੇ ਵਿੱਚ ਕਰੰਟ ਜਿਹੜਾ ਵਾ ਉਹ ਨਹੀਂ ਫਲੋ ਕਰਦਾ। ਕਲੀਅਰ? ਓਕੇ, ਹੁਣ ਕਰੰਟ ਹੁੰਦੇ ਦੋ ਤਰ੍ਹਾਂ ਦੇ। ਜੇ ਆਪਾਂ ਕਰੰਟ ਦੀ ਗੱਲ ਕੀਤੀ ਜਾਵੇ, ਕਰੰਟ ਹੁੰਦੇ ਨੇ ਦੋ ਤਰ੍ਹਾਂ ਦੇ। ਇੱਕ ਹੁੰਦਾ ਹੈ ਕਨਵੈਨਸ਼ਨਲ ਕਰੰਟ। ਠੀਕ ਹੈ, ਕਨਵੈਨਸ਼ਨਲ ਕਰੰਟ। ਠੀਕ ਹੈ, ਇੱਕ ਹੁੰਦਾ ਹੈ ਕਨਵੈਨਸ਼ਨਲ ਕਰੰਟ। ਠੀਕ ਹੈ, ਦੂਸਰਾ ਕਰੰਟ ਹੁੰਦਾ ਹੈ ਇਲੈਕਟ੍ਰੋਨਸ ਕਰੰਟ। ਇਲੈਕਟ੍ਰੋਨਸ ਕਰੰਟ। ਓਕੇ, ਹੁਣ ਕਨਵੈਨਸ਼ਨਲ ਕਰੰਟ ਤੇ ਇਲੈਕਟ੍ਰੋਨਸ ਕਰੰਟ ਦੇ ਵਿੱਚ ਕੀ ਫਰਕ ਹੁੰਦਾ ਹੈ? ਜਦੋਂ ਕਰੰਟ, ਜਿਵੇਂ ਕਿ ਉੱਪਰਲੀ ਤੁਸੀਂ ਇਸ ਡਾਇਗਰਾਮ ਦੇ ਵਿੱਚ ਵੇਖ ਸਕਦੇ ਜੇ, ਕਰੰਟ ਹਾਇਰ ਪੋਟੈਂਸ਼ੀਅਲ ਟੂ ਲੋਅਰ ਪੋਟੈਂਸ਼ੀਅਲ ਵੱਲ ਫਲੋ ਕਰਦਾ ਪਿਆ ਹੈ।
ਜਦੋਂ ਵੀ ਕਰੰਟ ਪੋਜ਼ਿਟਿਵ ਟਰਮੀਨਲ ਤੋਂ ਹੋ ਕੇ ਜਾਂ ਪੋਜ਼ਿਟਿਵ ਟਰਮੀਨਲ ਤੋਂ ਨੈਗੇਟਿਵ ਟਰਮੀਨਲ ਦੇ ਵੱਲ ਫਲੋ ਕਰੇਗਾ ਤੇ ਉਹਨੂੰ ਕਹਿੰਦੇ ਨੇ ਕਨਵੈਨਸ਼ਨਲ ਕਰੰਟ। ਕੀ ਕਹਿੰਦੇ ਨੇ? ਕਨਵੈਨਸ਼ਨਲ ਕਰੰਟ। ਠੀਕ ਹੈ, ਜਿੱਦਾਂ ਮੰਨ ਲਓ ਇਹ ਸਾਡੇ ਕੋਲ ਇੱਕ ਕੰਡਕਟਰ ਹੈ, ਇਹਨੂੰ ਆਪਾਂ ਇੱਕ ਬੈਟਰੀ ਦੇ ਨਾਲ ਜੋੜਤਾ ਹੈ। ਠੀਕ ਹੈ, ਹੁਣ ਕਰੰਟ ਫਲੋ ਕਰਦਾ ਪਿਆ ਪੋਜ਼ਿਟਿਵ ਟੂ ਨੈਗੇਟਿਵ ਟਰਮੀਨਲ ਦੇ ਵੱਲ। ਇਹ ਕਿਹੜਾ ਹੋ ਗਿਆ ਕਰੰਟ? ਕਨਵੈਨਸ਼ਨਲ ਕਰੰਟ। ਬਟ ਜਦੋਂ ਇਹ ਕਰੰਟ ਇਸ ਦੀ ਓਪੋਜ਼ਿਟ ਡਾਇਰੈਕਸ਼ਨ ਵੱਲ ਫਲੋ ਕਰੇਗਾ, ਓਪੋਜ਼ਿਟ ਡਾਇਰੈਕਸ਼ਨ ਦਾ ਮਤਲਬ ਕੀ ਆ? ਨੈਗੇਟਿਵ ਟੂ ਪੋਜ਼ਿਟਿਵ ਟਰਮੀਨਲ ਦੇ ਵੱਲ ਫਲੋ ਕਰੇਗਾ, ਤੇ ਇਹਨੂੰ ਕੀ ਕਹਾਂਗੇ ਆਪਾਂ ਫਿਰ? ਇਲੈਕਟ੍ਰੋਨਸ ਕਰੰਟ। ਓਕੇ, ਡਿਫਰੈਂਸ ਪਤਾ ਚੱਲ ਗਿਆ ਕਨਵੈਨਸ਼ਨਲ ਕਰੰਟ ਤੇ ਇਲੈਕਟ੍ਰੋਨਸ ਕਰੰਟ ਦੇ ਵਿੱਚ। ਕਲੀਅਰ? ਨੈਕਸਟ ਜੇ ਆਪਾਂ ਇਹਦਾ ਫਾਰਮੂਲਾ ਲਿਖੀਏ ਕਰੰਟ ਦਾ ਫਾਰਮੂਲਾ ਕੀ ਹੁੰਦਾ ਏ? ਇਲੈਕਟ੍ਰਿਕ ਕਰੰਟ ਇਜ਼ ਇਕੁਅਲ ਟੂ ਇਹਨੂੰ ਆਪਾਂ ਡਿਨੋਟ ਕਿੰਨਾ ਕਰਦੇ ਆ? ਇਹਨੂੰ ਕਰਦੇ ਆ ਆਪਾਂ I ਦੇ ਨਾਲ। ਠੀਕ ਹੈ, I। ਹੁਣ ਇੱਥੇ ਮੈਂ ਕੈਪੀਟਲ I ਪਾਤੀ ਹੈ, ਕੈਪੀਟਲ I ਆਪਾਂ ਯੂਜ਼ ਕਰਦੇ ਆ DC ਵਾਸਤੇ। ਜਿੱਥੇ ਵੀ DC ਸਰਕਿਟ ਹੋਏਗਾ ਉੱਥੇ ਆਪਾਂ ਕੈਪੀਟਲ I ਦੇ ਨਾਲ ਹੀ ਕਰੰਟ ਨੂੰ ਰਿਪਰੈਜ਼ੈਂਟ ਕਰਾਂਗੇ। ਠੀਕ ਹੈ, ਜਿਹੜੀ ਸਮਾਲ I ਹੁੰਦੀ ਹੈ, ਸਮਾਲ ਦਾ ਮਤਲਬ ਹੁੰਦਾ ਇੰਸਟੈਂਟੇਨੀਅਸ ਵੈਲਿਊ। ਜਦੋਂ ਆਪਾਂ ਇਹ ਬੇਸਿਕਲੀ ਆਪਾਂ ਯੂਜ਼ ਕਰਦੇ ਆ AC ਦੇ ਵਿੱਚ, AC ਸਰਕਿਟ ਦੇ ਵਿੱਚ। ਠੀਕ ਹੈ, ਇਹ DC ਸਰਕਿਟ ਦੇ ਵਿੱਚ ਤੇ ਇਹ ਕਿਹਦੇ ਵਿੱਚ ਆ? AC ਸਰਕਿਟ ਦੇ ਵਿੱਚ। ਠੀਕ ਹੈ, ਇੱਥੇ ਕੀ ਆ ਜਾਏਗਾ? Q ਚਾਰਜ ਅਪੋਨ ਟਾਈਮ। ਠੀਕ ਹੈ, ਚਾਰਜ ਅਪੋਨ ਟਾਈਮ। ਜੇ ਆਪਾਂ ਇਹਨੂੰ ਮੈਥਮੈਟੀਕਲੀ ਲਿਖਦੇ ਹਾਂ ਤੇ ਇਹਨੂੰ ਆਪਾਂ ਇਸ ਤਰੀਕੇ ਦੇ ਨਾਲ ਲਿਖ ਸਕਦੇ ਹਾਂ ਮੈਥਮੈਟੀਕਲੀ। ਕਲੀਅਰ? ਜੇ ਇੱਥੇ ਸਮਾਲ I ਮੈਂ ਲਿਖ ਦਿੰਦਾ ਤੇ ਇੱਥੇ ਕੀ ਆ ਜਾਏਗਾ? dq upon dt ਇੰਸਟੈਂਟੇਨੀਅਸ ਵੈਲਿਊ। ਠੀਕ ਹੈ, ਜੇ AC ਦੇ ਵਿੱਚ ਆਪਾਂ ਲਿਖਦੇ ਹਾਂ ਤੇ ਇਹਨੂੰ ਇਸ ਤਰੀਕੇ ਨਾਲ ਲਿਖਾਂਗੇ, ਤੇ DC ਦੇ ਵਿੱਚ ਲਿਖਦੇ ਹਾਂ ਤੇ ਇਸ ਤਰੀਕੇ ਦੇ ਨਾਲ ਲਿਖਾਂਗੇ। ਕਲੀਅਰ? ਓਕੇ, ਤੇ ਜੇ ਥੋੜਾ ਜਿਹਾ ਇਹਨੂੰ ਐਕਸਪੈਂਡ ਕਰ ਦਈਏ ਤੇ ਇਹ ਕੀ ਹੁੰਦਾ? ਚਾਰਜ ਕਿਹਦੇ ਇਕੁਅਲ ਹੁੰਦਾ ਹੈ? ਚਾਰਜ ਹੁੰਦਾ ਹੈ ਨੰਬਰ ਆਫ ਇਲੈਕਟ੍ਰੋਨਸ ਜਿਹੜੇ ਮੂਵ ਕਰਦੇ ਪਏ ਨੇ, ਨੰਬਰ ਆਫ ਇਲੈਕਟ੍ਰੋਨਸ ਮਲਟੀਪਲਾਈ ਬਾਏ ਚਾਰਜ ਔਨ ਈਚ ਇਲੈਕਟ੍ਰੋਨ। ਹਰ ਜਿਹੜਾ ਇਲੈਕਟ੍ਰੋਨ ਦੇ ਉੱਤੇ ਜਿਹੜਾ ਚਾਰਜ ਲੱਗਦਾ ਪਿਆ ਹੈ। ਠੀਕ ਹੈ, ਤੇ ਡਿਵਾਈਡਡ ਬਾਏ T। ਓਕੇ, ਜੇ ਤੁਹਾਡੇ ਕੋਲ ਨੰਬਰ ਆਫ ਇਲੈਕਟ੍ਰੋਨਸ ਦਿੱਤੇ ਹੋਏ ਆ ਤੇ ਤੁਸੀਂ ਇਹਨੂੰ ਇਸ ਤਰੀਕੇ ਨਾਲ ਵੀ ਸੋਲਵ ਕਰ ਸਕਦੇ ਜੇ, ਇਲੈਕਟ੍ਰਿਕ ਕਰੰਟ ਕੱਢ ਸਕਦੇ ਜੇ। ਹੁਣ E ਦੀ ਵੈਲਿਊ ਆ, ਉਹ ਤੁਸੀਂ ਲਾਸਟ ਲੈਕਚਰ ਦੇ ਵਿੱਚ ਵੀ ਤੁਹਾਨੂੰ ਦੱਸਿਆ ਸੀ ਕਿੰਨੀ ਹੁੰਦੀ ਹੈ? 1.602 into 10 raised the power -19 C ਕੂਲਮ। ਓਕੇ, ਤੇ ਹੁਣ ਇਲੈਕਟ੍ਰੋਨ ਦੀ ਗੱਲ ਕੀਤੀ ਹੈ, ਇਸ ਕਰਕੇ ਇਹਦੇ ਨਾਲ ਇੱਕ ਨੈਗੇਟਿਵ ਸਾਈਨ ਆ ਜਾਏਗਾ। ਕਲੀਅਰ? ਨੈਗੇਟਿਵ ਸਾਈਨ ਕੀ ਹੈ? ਕਿਉਂਕਿ ਇਲੈਕਟ੍ਰੋਨ ਤੇ ਕਿਹੜਾ ਚਾਰਜ ਹੁੰਦਾ ਹੈ? ਨੈਗੇਟਿਵ। ਤੇ ਪ੍ਰੋਟੋਨ ਤੇ ਕਿਹੜਾ ਚਾਰਜ ਹੁੰਦਾ ਹੈ? ਪੋਜ਼ਿਟਿਵ। ਇੱਥੇ ਹੁਣ ਫਲੋ ਕਰੰਟ ਜਿਹੜਾ ਕਰਦਾ ਪਿਆ ਉਹ ਕਿਹਦੇ ਕਰਕੇ ਕਰਦਾ ਪਿਆ ਹੈ? ਇਲੈਕਟ੍ਰੋਨਸ ਕਰਕੇ ਕਰਦਾ ਪਿਆ। ਇਸ ਕਰਕੇ ਇੱਥੇ ਕੀ ਆ ਜਾਏਗਾ? ਨੈਗੇਟਿਵ ਸਾਈਨ ਆ ਜਾਏਗਾ। ਕੀ ਆ ਜਾਏਗਾ? ਨੈਗੇਟਿਵ ਸਾਈਨ ਆ ਜਾਏਗਾ। ਠੀਕ ਹੈ, ਹੁਣ ਗੱਲ ਕਰਦੇ ਹਾਂ ਯੂਨਿਟ ਦੀ। ਇਲੈਕਟ੍ਰਿਕ ਕਰੰਟ ਦਾ ਯੂਨਿਟ ਕੀ ਹੁੰਦਾ ਹੈ? ਯੂਨਿਟ ਆਫ ਇਲੈਕਟ੍ਰਿਕ ਕਰੰਟ ਠੀਕ ਹੈ, ਯੂਨਿਟ ਹੁੰਦਾ ਹੈ ਇਹਦਾ ਐਂਪੀਅਰ। ਕੀ ਹੁੰਦਾ ਹੈ? ਐਂਪੀਅਰ ਹੁੰਦਾ ਹੈ। ਓਕੇ, ਇਲੈਕਟ੍ਰਿਕ ਕਰੰਟ ਦਾ ਯੂਨਿਟ ਕੀ ਹੁੰਦਾ ਹੈ? ਐਂਪੀਅਰ ਹੁੰਦਾ ਹੈ। ਜਾਂ ਫਿਰ ਇਹਨੂੰ ਆਪਾਂ ਇਸ ਤਰੀਕੇ ਨਾਲ ਵੀ ਲਿਖ ਸਕਦੇ ਹਾਂ, ਜਿੱਦਾਂ ਇੱਥੇ ਮੈਂ Q/T ਲਿਖਿਆ ਨਾ। Q ਦਾ ਯੂਨਿਟ ਕਿਹੜਾ ਹੈ? ਕੂਲੰਬ ਹੈ। ਠੀਕ ਹੈ, ਚਾਰਜ ਦਾ ਯੂਨਿਟ ਕਿਹੜਾ ਹੁੰਦਾ ਹੈ? ਕੂਲੰਬ ਹੁੰਦਾ ਹੈ। ਠੀਕ ਹੈ, C ਟਾਈਮ ਦਾ ਯੂਨਿਟ ਕੀ ਹੁੰਦਾ ਹੈ? ਸੈਕਿੰਡ। ਇਹਨੂੰ ਆਪਾਂ C/S ਵੀ ਲਿਖ ਸਕਦੇ ਹਾਂ, ਔਰ C/S। ਇਹਨੂੰ ਵਧੀਆ ਤਰੀਕੇ ਦੇ ਨਾਲ ਤੁਸੀਂ ਇਹਦੇ ਭਾਵੇਂ ਨੋਟਸ ਕਰ ਲਿਓ, ਇਹ ਤੁਹਾਨੂੰ ਐਪ ਦੇ ਉੱਤੇ ਅਵੇਲੇਬਲ ਹੋ ਜਾਣਗੇ ਨੋਟਸ ਸਾਰੇ। ਠੀਕ ਹੈ, ਜੇ ਤੁਸੀਂ ਆਪਣੇ ਹੈਂਡ ਰਿਟਨ ਨੋਟਸ ਬਣਾਉਣੇ ਆ ਤਾਂ ਤੁਸੀਂ ਉੱਥੇ ਵੀ ਇਹਨੂੰ ਬਣਾ ਸਕਦੇ ਜੀ। ਓਕੇ, ਹੈਂਡ ਰਿਟਨ ਨੋਟਸ ਵੀ ਤੁਸੀਂ ਤਿਆਰ ਕਰ ਸਕਦੇ ਜੀ ਆਪਣੇ। ਠੀਕ ਹੈ, ਹੁਣ ਨੈਕਸਟ ਬੜਾ ਇੰਪੋਰਟੈਂਟ ਪੁਆਇੰਟ ਹੈ ਕਿ ਕਰੰਟ ਕਿਹੜੀ ਕੁਆਂਟਿਟੀ ਹੈ? ਕਰੰਟ ਸਕੇਲਰ ਕੁਆਂਟਿਟੀ ਹੈ ਜਾਂ ਫਿਰ ਵੈਕਟਰ ਕੁਆਂਟਿਟੀ ਹੈ? ਠੀਕ ਹੈ, an electric current is an electric current
इज़ अ स्केलर क्वांटिटी। स्केलर क्वांटिटी ये क्वेश्चन जिहड़ा वा ये एग्जाम दे विच आया भी होया है, ठीक है। PSPCL ਦੇ एग्जाम ਦੇ ਵਿੱਚ ਇਹ ਪੁੱਛਿਆ ਵੀ ਗਿਆ ਹੈ। ਸੋ ਇਹ ਛੋਟੀਆਂ ਛੋਟੀਆਂ ਚੀਜ਼ਾਂ ਨੇ, ਇਹਦੇ ਵੱਲ ਤੁਸੀਂ ਧਿਆਨ ਜ਼ਰੂਰ ਦਿਓ, ਠੀਕ ਹੈ। ਫਿਰ ਕਰੰਟ ਬੇਸਿਕਲੀ ਕਿੰਨੇ ਤਰ੍ਹਾਂ ਦੇ ਹੁੰਦੇ ਨੇ? ਕਰੰਟ ਹੁੰਦੇ ਨੇ ਦੋ ਤਰ੍ਹਾਂ ਦੇ, ठीक है। टाइप्स ऑफ करंट, टाइप्स ऑफ इलैक्ट्रिक करंट, इलैक्ट्रिक करंट ये दो तरह के होंगे ने, ठीक है। किहड़े किहड़े होंगे ने? AC करंट एंड DC करंट। किहड़ा किहड़ा? AC करंट एंड DC करंट, ओके। जिहड़ा करंट टाइम दे नाल वेरी करता है, ठीक है, ਉਹਨੂੰ ਕੀ ਕਹਿੰਦੇ ਨੇ? AC ਕਰੰਟ। ਇਹਦੀ ਵੇਵ ਸ਼ੇਪ ਹੋਏਗੀ ਇਸ ਤਰੀਕੇ ਦੀ, ਠੀਕ ਹੈ। AC ਕਰੰਟ ਕਲੀਅਰ। ਅ ਟਾਈਮ T ਤੇ ਇਹ ਜਿਹੜਾ ਮੈਗਨੀਟਿਊਡ ਕਿਸ ਚੀਜ਼ ਦਾ ਹੈ? ਕਰੰਟ ਦਾ ਹੈ। ਉਸ ਤੋਂ ਬਾਅਦ DC ਕਰੰਟ ਦੀ ਗੱਲ ਕਰੀਏ ਤੇ ਇਹਦੀ ਜਿਹੜੀ डायरैक्शन तो जो मैगनीट्यूड है ये कॉन्सटेंट रहिंदा है विद रिस्पैक्ट टू टाइम, विद रिस्पैक्ट टू टाइम। इधर की है I आ जाएगा तो इधर की आ T आ जाएगा, ठीक है। ये किहड़ी चीज़ वेरी करती पई आ? मैगनीट्यूड। दूसरी किहड़ी चीज़ वेरी करती पई आ? एंड डायरैक्शन, ठीक है। दो चीज़ां करदी पईयां ने, डायरैक्शन वेरियस विद रिस्पैक्ट टू टाइम, विद रिस्पैक्ट टू टाइम, ठीक है। टाइम के नाल इहदा जिहड़ा मैगनीट्यूड ते डायरैक्शन जिहड़ा चेंज होएगा, ठीक है। इहदे विच जिहड़ी डायरैक्शन आ, ठीक है, डायरैक्शन एंड मैगनीट्यूड, डायरैक्शन एंड मैगनीट्यूड एक कांस्टेंट रहेंगे, ठीक है। कांस्टेंट ही रहेंगे, रिमेन्स कांस्टेंट विद रिस्पैक्ट टू टाइम। ये वेखो कोई भी वेरीएशन जिहड़ी आ वो नहीं आ रही, ठीक है। ये कोई भी वेरीएशन तुसी देख सकते जे, इत्थे कोई भी वेरीएशन जिहड़ी आ नहीं आ रही। एक स्ट्रेट लाइन है, एक लाइन सीधी लाइन खिंची हुई है। बट जे आपां AC की गल करिए तो ये चेंजिस जिहड़े आ रहे हैं, क्लीयर। इतों तक हो गया ना क्लीयर। फिर जिहड़ा AC करंट हुंदा है, ठीक है, उसनूं स्टैप अप ते स्टैप डाउन किया जा सकता है। कैन बी स्टैप्ड अप, स्टैप्ड अप और डाउन विद दी हैल्प ऑफ ट्रांसफार्मर। ट्रांसफार्मर की हैल्प के नाल इहनूं आपां स्टैप अप ते स्टैप डाउन कर सकते हैं विद दी हैल्प ऑफ ट्रांसफार्मर, हैल्प ऑफ ट्रांसफार्मर, ठीक है। तो जिहड़ा DC हुंदा है, ठीक है, जिहड़ा DC करंट होएगा उसनूं स्टैप अप और स्टैप डाउन किया नहीं जा सकता, ठीक है। कैन नॉट बी स्टेप्ड अप और डाउन, स्टेप्ड अप और डाउन, क्लीयर। उस तो बाद जिहड़ी AC क्वांटिटी हुंदी है उसनूं स्टोर नहीं किया जा सकता, ठीक है। कैन नॉट बी स्टोर्ड, कैन नॉट बी स्टोर्ड, इसनूं स्टोर नहीं किया जा सकता, ठीक है। बट जो DC क्वांटिटी होंगी है ਜਾਂ DC करंट की गल की जाए, चार्ज की गल की जाए, उन्होंने आप स्टोर कर सकते हैं बैटरीज की हैल्प के नाल। जिद्दां तुसीं मोबाइल यूज़ करते जे उस बैटरीज ने उन्होंने एक बार चार्ज कर लेंदे जे, वो जी एनर्जी है, इलैक्ट्रिक एनर्जी है, वो स्टोर हो जाती है बैटरी के विच। सिमिलरली घरां दे विच इन्वर्टर लगे हुए हैं, इन्वर्टर भी की करते हैं, इलैक्ट्रिक एनर्जी नूं स्टोर कर लेंदे ने, इलैक्ट्रिक एनर्जी नूं स्टोर कर लेंदे ने, ठीक है। कैन
be stored energy in batteries. Stored energy in batteries. Clear? Okay. ਹੁਣ ਜ਼ਿਆਦਾਤਰ ਜਿਹੜੀ ਆਪਾਂ ਇਲੈਕਟ੍ਰੀਕਲ એનર્ਜੀ ਯੂਜ਼ ਕਰਦੇ ਹਾਂ ਉਹ ਏਸੀ ਹੀ ਕਰਦੇ ਹਾਂ, ਠੀਕ ਹੈ। ਡੀਸੀ ਦੇ ਕੰਪੈਰੇਟਿਵਲੀ ਆਪਾਂ ਏਸੀ ਨੂੰ ਜ਼ਿਆਦਾ ਯੂਜ਼ ਕਰਦੇ ਹਾਂ, ਕਿਉਂਕਿ ਜਿੰਨੀਆਂ ਵੀ ਸਾਡੇ ਕੋਲ ਏਸੀ ਮੋਟਰਸ ਨੇ, ਠੀਕ ਹੈ, ਉਹ ਜ਼ਿਆਦਾਤਰ ਜਿਹੜੀਆਂ ਇੰਡਕਸ਼ਨ ਟਾਈਪ ਮੋਟਰਸ ਨੇ, ਠੀਕ ਹੈ, ਇੰਡਸਟਰੀ ਦੇ ਵਿੱਚ ਚਲ ਜਾਓਗੇ ਅਤੇ ਉਹਦੇ ਕਈ ਕਾਰਨ ਨੇ ਯੂਜ਼ ਕਰਨ ਦੇ, ਜਿਵੇਂ ਕਿ ਉਹਨਾਂ ਦੀ ਮੇਨਟੇਨੈਂਸ ਸਸਤੀ ਹੁੰਦੀ ਆ, ਜਿਵੇਂ ਕਿ ਹੋਰ ਵੀ ਬਹੁਤ ਸਾਰੇ ਐਡਵਾਂਟੇਜਸ ਨੇ। ਇਸ ਕਰਕੇ ਆਪਾਂ ਏਸੀ ਮੋਟਰਸ ਜਾਂ ਘਰਾਂ ਦੇ ਵਿੱਚ ਵੀ ਜਿਹੜੀ ਐਨਰਜੀ ਆ ਉਹ ਆਪਾਂ ਏਸੀ ਹੀ ਯੂਜ਼ ਕਰਦੇ ਹਾਂ, ਠੀਕ ਹੈ। ਡੋਮੈਸਟਿਕ ਜਿਹੜੇ ਆਪਾਂ ਅਪਲਾਈਂਸਿਸ ਨੇ ਸਾਡੇ ਸਾਰੇ ਏਸੀ 'ਤੇ ਹੀ ਚੱਲਦੇ ਨੇ। ਹੁਣ ਡੀਸੀ ਨੂੰ ਕਿੱਥੇ ਯੂਜ਼ ਕੀਤਾ ਜਾ ਸਕਦਾ ਹੈ, ਠੀਕ ਹੈ। ਡੀਸੀ ਨੂੰ ਆਪਾਂ ਬੈਟਰੀ ਚਾਰਜਿੰਗ ਵਾਸਤੇ ਯੂਜ਼ ਕਰ ਸਕਦੇ ਹਾਂ, ਠੀਕ ਹੈ। ਇੱਕ ਬੜਾ ਹੈਗਾ ਵਾ ਇੰਪੋਰਟੈਂਟ ਚੀਜ਼ ਇਲੈਕਟ੍ਰੋਪਲੇਟਿੰਗ, ਠੀਕ ਹੈ। ਇਲੈਕਟ੍ਰੋਪਲੇਟਿੰਗ ਦੇ ਲਈ ਆਪਾਂ ਡੀਸੀ ਸਪਲਾਈ ਹੀ ਯੂਜ਼ ਹੁੰਦੀ ਹੈ। ਇਲੈਕਟ੍ਰੋਪਲੇਟਿੰਗ ਵਾਸਤੇ ਏਸੀ ਦੇ ਨਾਲ ਆਪਾਂ ਇਲੈਕਟ੍ਰੋਪਲੇਟਿੰਗ ਨਹੀਂ ਕਰ ਸਕਦੇ। ਇਲੈਕਟ੍ਰੋਲਾਈਸਿਸ ਪ੍ਰੋਸੈਸ ਜਿਹੜਾ ਹੁੰਦਾ, ਇਲੈਕਟ੍ਰੋਲਾਈਸਿਸ ਪ੍ਰੋਸੈਸ ਜਿਹਨੂੰ ਆਪਾਂ ਕਹਿੰਦੇ ਹਾਂ, ਜਾਂ ਇਲੈਕਟ੍ਰੋਪਲੇਟਿੰਗ ਦੇ ਲਈ ਡੀਸੀ ਸਪਲਾਈ ਹੀ ਚਾਹੀਦੀ ਹੈ ਸਾਨੂੰ, ਠੀਕ ਹੈ। ਇਲੈਕਟ੍ਰੋਪਲੇਟਿੰਗ ਦਾ ਮਤਲਬ ਹੁੰਦਾ ਹੈ, ਜਾਂ ਇਲੈਕਟ੍ਰੋਲਾਈਸਿਸ, ਇਹਦਾ ਇਹ ਮਤਲਬ ਹੁੰਦਾ ਹੈ ਕਿ ਜਿਹੜੀ ਕਈ ਵਾਰੀ ਤੁਸੀਂ ਦੇਖਿਆ ਹੋਣਾ ਵਾ ਕਿ ਕਿਸੇ ਵੀ ਮੈਟਲ ਦੇ ਉੱਤੇ ਕਿਸੇ ਦੂਜੀ ਮੈਟਲ ਦੀ ਪਰਤ ਚੜ੍ਹਾਈ ਹੁੰਦੀ ਹੈ, ਉਸ ਪ੍ਰੋਸੈਸ ਨੂੰ ਕਹਿੰਦੇ ਨੇ ਇਲੈਕਟ੍ਰੋਲਾਈਸਿਸ, ਠੀਕ ਹੈ। ਇਲੈਕਟ੍ਰੋਲਾਈਸਿਸ ਵਾਸਤੇ ਡੀਸੀ ਸਪਲਾਈ ਦੀ ਹੀ ਜ਼ਰੂਰਤ ਹੁੰਦੀ ਹੈ, ਏਸੀ ਦੇ ਨਾਲ ਉਹਨੂੰ ਨਹੀਂ ਕੀਤਾ ਜਾ ਸਕਦਾ। ਜਿਹੜਾ ਇਲੈਕਟ੍ਰੋਲਾਈਸਿਸ ਪ੍ਰੋਸੈਸ ਵਾ ਉਹ ਏਸੀ ਦੇ ਨਾਲ ਆਪਾਂ ਨਹੀਂ ਕਰ ਸਕਦੇ, ਉਹਦੇ ਵਾਸਤੇ ਸਾਨੂੰ ਡੀਸੀ ਹੀ ਸਪਲਾਈ ਚਾਹੀਦੀ ਹੈ, ਠੀਕ ਹੈ। ਇਹ ਕੁਝ ਇੰਪੋਰਟੈਂਟ ਐਪਲੀਕੇਸ਼ਨ ਸੀ, ਠੀਕ ਹੈ। ਬਾਕੀ ਤੇ ਉਸ ਤੋਂ ਬਾਅਦ ਆਪਾਂ ਲਾਈਟਿੰਗ ਵਾਸਤੇ ਵੀ ਯੂਜ਼ ਕਰ ਸਕਦੇ, ਦੋਨੋਂ ਸਪਲਾਈਜ਼ ਯੂਜ਼ ਕਰ ਸਕਦੇ ਹਾਂ। ਮੋਟਰਸ ਦੋਨੋਂ ਆਉਂਦੀਆਂ ਨੇ, ਏਸੀ ਮੋਟਰਸ ਵੀ ਆਉਂਦੀਆਂ, ਡੀਸੀ ਵੀ ਆਉਂਦੀਆਂ, ਬਟ ਮੈਂ ਇਹ ਦੱਸਿਆ ਤੁਹਾਨੂੰ ਇਹਦੇ ਵਿੱਚ ਮੇਨ ਕਿ ਜ਼ਿਆਦਾਤਰ ਜਿਹੜੀ ਆਪਾਂ ਏਸੀ ਸਪਲਾਈ ਯੂਜ਼ ਕਰਦੇ ਹਾਂ। ਘਰਾਂ ਦੇ ਵਿੱਚ ਵੀ ਜਿੰਨੇ ਅਪਲਾਈਂਸਿਸ ਹੈਗੇ ਆ ਜ਼ਿਆਦਾਤਰ ਏਸੀ ਸਪਲਾਈ ਦੇ ਨਾਲ ਹੀ ਚੱਲਦੇ ਨੇ, ਠੀਕ ਹੈ। LED TV ਹੋ ਗਏ, ਇਹ ਡੀਸੀ ਇਹਨਾਂ ਨੂੰ ਚਾਹੀਦੀ ਹੁੰਦੀ ਹੈ, ਬਟ ਇਹਨੂੰ ਵੀ ਆਪਾਂ ਏਸੀ ਨਾਲ ਕਨੈਕਟ ਕਰਦੇ ਹਾਂ ਅਤੇ LED ਦੇ ਅੰਦਰ ਰੈਕਟੀਫਾਇਰ ਵਗੈਰਾ ਲੱਗੇ ਹੁੰਦੇ ਨੇ ਜਿਹੜੇ ਏਸੀ ਨੂੰ ਡੀਸੀ 'ਚ ਕਨਵਰਟ ਕਰ ਦਿੰਦੇ ਨੇ। ਕਲੀਅਰ? ਇਹ ਦੱਸੀ ਡਿਫਰੈਂਸ ਜਿਹੜਾ ਵਾ ਏਸੀ ਤੇ ਡੀਸੀ ਦੇ ਕਰੰਟ ਦੇ ਵਿੱਚ। ਨੈਕਸਟ ਹੈਗਾ ਵਾ ਇਫੈਕਟਸ ਆਫ ਇਲੈਕਟ੍ਰਿਕ ਕਰੰਟ, ਜਾਂ ਇਫੈਕਟਸ ਆਫ ਕਹਿ ਸਕਦੇ ਹਾਂ, ਜਾਂ ਫਿਰ ਆਪਾਂ ਕਹਿ ਸਕਦੇ ਹਾਂ ਪ੍ਰੋਪਰਟੀਜ਼ ਆਫ ਇਲੈਕਟ੍ਰਿਕ ਕਰੰਟ। ਪ੍ਰੋਪਰਟੀਜ਼ ਆਫ ਇਲੈਕਟ੍ਰਿਕ ਕਰੰਟ, ਠੀਕ ਹੈ। ਕਿਹੜੀ ਪ੍ਰੋਪਰਟੀਜ਼ ਹੁੰਦੀਆਂ ਨੇ ਜਾਂ ਕਿਹੜੇ ਇਫੈਕਟ ਹੁੰਦੇ ਨੇ, ਠੀਕ ਹੈ। ਇੱਥੇ ਆਪਾਂ ਇਫੈਕਟ ਵੀ ਲਿਖ ਦਿੰਦੇ ਹਾਂ, ਇਫੈਕਟਸ ਕਿਹੜੇ ਮਿਲਦੇ ਨੇ ਇਲੈਕਟ੍ਰਿਕ ਕਰੰਟ ਤੋਂ, ਠੀਕ ਹੈ। ਪਹਿਲਾ ਕੀ ਹੈ, ਹੀਟਿੰਗ ਇਫੈਕਟ ਜਾਂ ਹੀਟਿੰਗ ਪ੍ਰੋਪਰਟੀਜ਼। ਹੀਟਿੰਗ ਪ੍ਰੋਪਰਟੀਜ਼, ਇਹਦਾ ਮਤਲਬ ਕੀ ਆ, ਜਦੋਂ ਵੀ ਆਪਾਂ ਹਾਈ ਰਜਿਸਟਿਵਿਟੀ ਮਟੀਰੀਅਲ ਦੇ ਵਿੱਚੋਂ ਕਰੰਟ ਨੂੰ ਪਾਸ ਕਰਵਾਵਾਂਗੇ ਅਤੇ ਜਿਹੜੀ ਸਾਡੇ ਕੋਲ ਜਿਹੜਾ ਮਟੀਰੀਅਲ ਹੋਏਗਾ ਉਹ ਹੀਟ ਕਰ ਜਾਏਗਾ, ਕਿਉਂਕਿ ਉਹਦੀ ਰਜਿਸਟੈਂਸ ਹਾਈ ਹੈ, ਠੀਕ ਹੈ। ਉਹਦੇ ਨਾਲ ਕੀ ਹੈ, ਸਾਨੂੰ ਹੀਟ ਐਨਰਜੀ ਮਿਲ ਜਾਏਗੀ। ਇਹ ਕੀ ਹੈ, ਹੀਟਿੰਗ ਇਫੈਕਟ। ਇਹ ਕੀ ਹੈ, ਹੀਟਿੰਗ ਪ੍ਰੋਪਰਟੀਜ਼, ਓਕੇ। ਇਸ ਇਫੈਕਟ ਨੂੰ ਯੂਜ਼ ਕਰਕੇ ਇਲੈਕਟ੍ਰਿਕ ਲੈਂਪਸ ਬਣਦੇ ਨੇ, ਇਸ ਇਫੈਕਟ ਨੂੰ ਯੂਜ਼ ਕਰਕੇ ਇਲੈਕਟ੍ਰਿਕ ਫਰਨੈਸਸ ਬਣਦੀਆਂ ਨੇ, ਠੀਕ ਹੈ। ਜਿੰਨੀਆਂ ਵੀ ਭੱਠੀਆਂ ਹੁੰਦੀਆਂ ਨੇ ਉਹਦੇ ਵਿੱਚੋਂ ਇਲੈਕਟ੍ਰਿਕ ਕਰੰਟ ਹੀ ਪਾਸ ਕਰਵਾਇਆ ਜਾਂਦਾ ਹੈ, ਉਸ ਤੋਂ ਬਾਅਦ ਸਾਨੂੰ ਹੀਟਿੰਗ ਇਫੈਕਟ ਮਿਲਦਾ ਹੈ, ਠੀਕ ਹੈ। ਸੈਕੰਡ ਵਨ ਇਜ਼ ਅ ਮੈਗਨੈਟਿਕ ਇਫੈਕਟ। ਮੈਗਨੈਟਿਕ ਇਫੈਕਟ ਜਾਂ ਮੈਗਨੈਟਿਕ ਪ੍ਰੋਪਰਟੀਜ਼, ਠੀਕ ਹੈ। ਜਦੋਂ ਵੀ ਕੋਇਲ ਦੇ ਵਿੱਚੋਂ ਕਰੰਟ ਪਾਸ ਕਰਵਾਵਾਂਗੇ ਉਹ ਮੈਗਨੇਟ ਬਣ ਜਾਏਗੀ, ਠੀਕ ਹੈ। ਜਦੋਂ ਵੀ ਕਿਸੇ ਕੋਇਲ ਦੇ ਵਿੱਚੋਂ ਆਪਾਂ, ਕੋਇਲ ਕੀ ਹੈ, ਇੱਕ ਸਿੰਪਲ ਕੰਡਕਟਰ ਹੈ ਜਿਹਨੂੰ ਆਪਾਂ ਟਵਿਸਟ ਕਰਕੇ ਕੋਇਲ ਦੀ ਫਾਰਮ ਦੇ ਦਿੱਤੀ ਹੈ ਜਾਂ ਕੋਇਲ ਦੀ ਸ਼ੇਪ ਦੇ ਦਿੱਤੀ ਹੈ, ਠੀਕ ਹੈ।
ਉਹਦੇ ਵਿੱਚ ਜਦੋਂ ਆਪਾਂ ਇਲੈਕਟ੍ਰਿਕ ਕਰੰਟ ਪਾਸ ਕਰਵਾਉਂਦੇ ਆ ਤੇ ਉਹਦੇ ਵਿੱਚ ਮੈਗਨੈਟਿਕ ਪ੍ਰੋਪਰਟੀਜ਼ ਆ ਜਾਂਦੀਆਂ ਨੇ। ਠੀਕ ਹੈ, ਪਾਸ ਕੀ ਕਰਵਾਇਆ, ਇਲੈਕਟ੍ਰਿਕ ਕਰੰਟ ਪਾਸ ਕਰਵਾਇਆ, ਤਾਂ ਹੀ ਮੈਗਨੈਟਿਕ ਪ੍ਰੋਪਰਟੀਜ਼ ਆਈਆਂ। ਓਕੇ, ਇਹਨੂੰ ਕੀ ਕਹਿੰਦੇ ਨੇ, ਮੈਗਨੈਟਿਕ ਪ੍ਰੋਪਰਟੀਜ਼ ਜਾਂ ਮੈਗਨੈਟਿਕ ਇਫੈਕਟ। ਇਸ ਇਫੈਕਟ ਨੂੰ ਯੂਜ਼ ਕਰਕੇ ਇਲੈਕਟ੍ਰਿਕ ਜਨਰੇਟਰਸ ਤੇ ਇਲੈਕਟ੍ਰਿਕ ਮੋਟਰਸ ਜਿਹੜੀਆਂ ਨੇ ਉਹ ਬਣਦੀਆਂ ਨੇ। ਇਲੈਕਟ੍ਰਿਕ ਜਨਰੇਟਰਸ ਔਰ ਜਨਰੇਟਰਸ ਮੋਟਰਸ, ਠੀਕ ਹੈ, ਇਹੀ ਇਫੈਕਟ ਯੂਜ਼ ਕੀਤਾ ਜਾਂਦਾ ਵਾ। ਰਿਲੇਜ਼, ਠੀਕ ਹੈ, ਇਹਨਾਂ ਦੇ ਵਿੱਚ ਇਹੀ ਆਪਾਂ ਇਫੈਕਟ ਯੂਜ਼ ਕਰਦੇ ਹਾਂ। ਉਸ ਤੋਂ ਬਾਅਦ ਹੁੰਦਾ ਕਿ ਇਲੈਕਟ੍ਰੋਕੈਮੀਕਲ ਪ੍ਰੋਪਰਟੀਜ਼। ਇਲੈਕਟ੍ਰੋਕੈਮੀਕਲ प्रॉपर्टीज, ठीक है। इलेक्ट्रोकैमिकल, ठीक है, दो वर्ड अलग अलग ने। ਇਹਦੇ ਵਿੱਚ ਆ ਜਾਂਦਾ ਇਲੈਕਟ੍ਰੋਪਲੇਟਿੰਗ, ਜਿਹੜਾ ਮੈਂ ਤੁਹਾਨੂੰ ਦੱਸਿਆ ਸੀ ਨਾ ਇਸ ਤੋਂ ਪਹਿਲਾਂ ਆਪਾਂ ਡਿਸਕਸ ਕੀਤਾ ਇਹ ਪ੍ਰੋਸੈਸ ਕਿ ਇਨਫੀਰੀਅਰ ਮੈਟਲ ਦੇ ਉੱਤੇ ਸੁਪੀਰੀਅਰ ਮੈਟਲ ਦੀ ਪਰਤ ਚੜਾਉਣ ਨੂੰ ਕਹਿੰਦੇ ਨੇ ਇਲੈਕਟ੍ਰੋਪਲੇਟਿੰਗ। ਤੇ ਉਹ ਕਿਹਦੇ ਕਰਕੇ ਹੁੰਦੀ ਆ, ਇਲੈਕਟ੍ਰੋਕੈਮੀਕਲ ਪ੍ਰੋਪਰਟੀਜ਼ ਕਰਕੇ, ਇਲੈਕਟ੍ਰੋਕੈਮੀਕਲ ਪ੍ਰੋਪਰਟੀਜ਼ ਕਰਕੇ। ਕਿਉਂਕਿ ਜਦੋਂ ਆਪਾਂ ਕੈਮੀਕਲ ਦੇ ਵਿੱਚੋਂ ਕਿਸੇ ਉਹਦੇ ਵਿੱਚੋਂ ਕਰੰਟ ਫਲੋ ਕਰਵਾਵਾਂਗੇ ਤੇ ਜੇ ਉਹਦੇ ਵਿੱਚ ਦੋ ਮੈਟਲਸ ਰੱਖੀਆਂ ਨੇ, ਜਿਹੜੀ ਵਧੀਆ ਮੈਟਲ ਹੁੰਦੀ ਆ ਉਹਦੀ ਜਿਹੜੀ ਪਰਤ ਵਾ ਉਹ ਘਟੀਆ ਮੈਟਲ ਦੇ ਉੱਤੇ ਡਿਪੋਜ਼ਿਟ ਹੋ ਜਾਂਦੀ ਹੈ। ਕਲੀਅਰ, ਠੀਕ ਹੈ। ਇਸ ਇਫੈਕਟ ਨੂੰ ਆਪਾਂ ਬੈਟਰੀਜ਼ ਦੇ ਲਈ ਵੀ ਯੂਜ਼ ਕਰਦੇ ਹਾਂ। ਬੈਟਰੀ ਦੇ ਵਿੱਚ ਆਪਾਂ ਕਿਹੜੀ એનર્ਜੀ ਦਿੰਦੇ ਆ, ਇਲੈਕਟ੍ਰਿਕ એનર્ਜੀ ਦਿੰਦੇ ਆ। ਉਹ ਫਿਰ ਕੀ ਕਰਦਾ, ਉਹ ਜਿਹੜੀ એનર્ਜੀ ਹੁੰਦੀ ਹੈ ਬੈਟਰੀ ਉਹ ਸਟੋਰ ਕਰ ਲੈਂਦੀ ਹੈ। ਜਦੋਂ ਲਾਈਟ ਬੰਦ ਹੁੰਦੀ ਹੈ ਘਰ ਦੇ ਵਿੱਚ, ਉਹ ਜਿਹੜੀ ਬੈਟਰੀ ਆ ਉਹ ਫਿਰ ਯੂਜ਼ ਹੋਣੀ ਸ਼ੁਰੂ ਹੋ ਜਾਂਦੀ ਹੈ, ਮਤਲਬ ਉਹ ਇਲੈਕਟ੍ਰਿਕ ਕਰੰਟ ਡਿਲੀਵਰ ਕਰਨਾ ਸ਼ੁਰੂ ਕਰ ਦਿੰਦੀ ਹੈ। ਫਿਰ ਇਸੇ ਤਰੀਕੇ ਨਾਲ ਜਦੋਂ ਡਿਸਚਾਰਜ ਹੋ ਜਾਂਦੀ ਹੈ ਫਿਰ ਉਹਨੂੰ ਚਾਰਜ ਕਰ ਸਕਦੇ ਹਾਂ। ਡਿਸਚਾਰਜ ਚਾਰਜ ਜਿਹੜਾ ਇਹ ਪ੍ਰੋਸੈਸ ਵਾ ਇਹ ਲਗਾਤਾਰ ਚੱਲਦਾ ਰਹਿੰਦਾ ਹੈ। ਮੋਬਾਈਲ ਦੇ ਵਿੱਚ ਵੀ ਇੱਦਾਂ ਹੀ ਆ, ਤੁਸੀਂ ਉਹਨੂੰ ਸੌਕਟ ਦੇ ਨਾਲ ਲਗਾਉਂਦੇ ਜੇ, ਠੀਕ ਹੈ ਨਾ, ਚਾਰਜਰ ਦੇ ਥਰੂ ਜਦੋਂ ਉਹਨੂੰ ਤੁਸੀਂ ਮੋਬਾਈਲ ਨੂੰ ਕਨੈਕਟ ਕਰਦੇ ਜੇ, ਉਹ ਜਿਹੜੀ ਇਲੈਕਟ੍ਰੀਕਲ એનર્ਜੀ ਜਿਹੜੀ ਆ ਉਹ ਬੈਟਰੀ ਨੂੰ ਸਪਲਾਈ ਹੋਈ ਜਾਂਦੀ ਹੈ। ਇਲੈਕਟ੍ਰੀਕਲ એનર્ਜੀ ਜਿਹੜੀ ਹੁੰਦੀ ਆ ਉਹ ਫਿਰ ਬਾਅਦ ਵਿੱਚ ਕੀ ਹੁੰਦਾ ਹੈ, ਜਾਂ ਜਿਹੜਾ ਇਲੈਕਟ੍ਰਿਕ ਕਰੰਟ ਬੈਟਰੀ ਦੇ ਵਿੱਚੋਂ ਪਾਸ ਹੋਏਗਾ ਉਹ ਕੀ ਕਰਦਾ ਹੈ, ਉਹ એનર્ਜੀ ਨੂੰ ਸਟੋਰ ਕਰ ਲੈਂਦਾ ਹੈ। ਅਤੇ ਉਸ ਤੋਂ ਬਾਅਦ ਜਦੋਂ ਚਾਰਜਰ ਆਪਾਂ ਬੰਦ ਕਰ ਦਿੰਦੇ ਹਾਂ ਜਾਂ ਮੋਬਾਈਲ ਨੂੰ ਕੈਰੀ ਕਰਕੇ ਇੱਧਰ ਉੱਧਰ ਜਾਣਾ ਸ਼ੁਰੂ ਕਰ ਦਿੰਦੇ ਹਾਂ, ਉਹਦੇ ਨਾਲ ਕੀ ਹੁੰਦਾ, ਜਿਹੜੀ ਬੈਟਰੀ ਆ ਉਹ ਫਿਰ એનર્ਜੀ ਡਿਲੀਵਰ ਕਰਨੀ ਸ਼ੁਰੂ ਕਰ ਦਿੰਦੀ ਹੈ। ਉਹ ਇਲੈਕਟ੍ਰਿਕ ਕਰੰਟ ਜਿਹੜਾ ਵਾ ਉਹ ਸਪਲਾਈ ਕਰਨਾ ਸ਼ੁਰੂ ਕਰ ਦਿੰਦੀ ਹੈ ਉਹਦੇ ਮੋਬਾਈਲ ਦੇ ਆਪਰੇਸ਼ਨ ਦੇ ਲਈ, ਮੋਬਾਈਲ ਦੀ ਐਪਲੀਕੇਸ਼ਨ ਦੇ ਲਈ। ਓਕੇ, ਇਸ ਪ੍ਰੋਪਰਟੀ ਨੂੰ ਕਹਿੰਦੇ ਨੇ ਇਲੈਕਟ੍ਰੋਕੈਮੀਕਲ ਪ੍ਰੋਪਰਟੀਜ਼। ਓਕੇ, ਨੈਕਸਟ ਜੇ ਆਪਾਂ ਗੱਲ ਕਰਦੇ ਹਾਂ, ਨੈਕਸਟ ਜਿਹੜਾ ਟੌਪਿਕ ਹੈ ਉਹ ਹੈਗਾ ਏ ਇਲੈਕਟ੍ਰਿਕ ਪੋਟੈਂਸ਼ੀਅਲ। ਠੀਕ ਹੈ, ਇਲੈਕਟ੍ਰਿਕ, ਇਸ ਤੋਂ ਪਹਿਲਾਂ ਆਪਾਂ ਕਰੰਟ ਡੈਂਸਿਟੀ ਪੜ੍ਹ ਲਈਏ। ਕਰੰਟ ਡੈਂਸਿਟੀ ਦੇ ਵਿੱਚ ਇੱਕ ਫਾਰਮੂਲਾ ਆਪਾਂ ਕਰਨਾ ਹੈ ਤੇ ਉਹਦਾ ਯੂਨਿਟ ਕਰਨਾ ਹੈ, ਜ਼ਿਆਦਾ ਨਹੀਂ ਡਿਟੇਲ 'ਚ ਕਰਾਂਗੇ। ਕਰੰਟ ਡੈਂਸਿਟੀ, ਕਰੰਟ ਡੈਂਸਿਟੀ ਕੀ ਹੁੰਦੀ ਹੈ, the total amount of current, the total amount of current which flowing through a unit value, which flowing through a unit value of a cross sectional area, of a cross sectional area, cross sectional area। ਠੀਕ ਹੈ, ਇਹਦਾ ਮਤਲਬ ਕੀ ਹੋਇਆ ਕਿ ਜਿਹੜੀ ਕਰੰਟ ਡੈਂਸਿਟੀ ਹੁੰਦੀ ਆ ਉਹਨੂੰ ਆਪਾਂ ਜੇ ਦੇ ਨਾਲ ਡਿਨੋਟ ਕਰਦੇ ਹਾਂ। ਕਿੰਨਾ ਕਰੰਟ ਇੱਕ ਏਰੀਆ ਦੇ ਵਿੱਚ ਫਲੋ ਕਰ ਰਿਹਾ ਹੈ ਉਹਨੂੰ ਕਹਿੰਦੇ ਨੇ ਕਰੰਟ ਡੈਂਸਿਟੀ। ਠੀਕ ਹੈ, ਕਰੰਟ ਪਰ ਯੂਨਿਟ ਏਰੀਆ, ਕਰੰਟ ਫਲੋਇੰਗ ਥਰੂ ਆ ਮਟੀਰੀਅਲ ਪਰ ਯੂਨਿਟ ਏਰੀਆ, ਕਿ ਇੱਕ ਏਰੀਆ ਦੇ ਵਿੱਚੋਂ ਕਿੰਨਾ ਕਰੰਟ ਜਿਹੜਾ ਫਲੋ ਕਰਦਾ ਪਿਆ। ਇਹਦਾ ਜਿਹੜਾ ਯੂਨਿਟ ਹੁੰਦਾ ਹੈ ਉਹ ਕੀ ਹੈ, ਯੂਨਿਟ। ਹੁਣ ਇਹ ਕਰੰਟ ਦਾ ਯੂਨਿਟ ਕੀ ਹੈ, ਐਂਪੀਅਰ, ਤੇ ਏਰੀਆ ਕੀ ਹੈ, ਮੀਟਰ। ਠੀਕ ਹੈ, ਬਟੇ 'ਚ ਲਿਖਿਆ ਹੈ ਮੀਟਰ ਸਕੁਏਅਰ। ਠੀਕ ਹੈ, ਕਰੰਟ ਡੈਂਸਿਟੀ ਦਾ ਯੂਨਿਟ ਕੀ ਹੈ, ਐਂਪੀਅਰ ਮੀਟਰ ਪਰ ਸਕੁਏਅਰ, ਐਂਪੀਅਰ ਮੀਟਰ
एम्पीयर पर मीटर स्क्वेयर, एम्पीयर पर मीटर स्क्वेयर। ओके, नेक्स्ट है इलेक्ट्रिक पोटेंशियल, इलेक्ट्रिक पोटेंशियल। ठीक है, इलैक्ट्रिक पोटेंशियल की आ किसी भी बॉडी ने चार्ज नू स्टोर किया होंदा है। ठीक है, द कैपेसिटी ऑफ अ चार्ज बॉडी, द कैपेसिटी ऑफ अ चार्ज्ड बॉडी to do work is called electric potential, to do work is called electric potential, electric potential। क्लियर, मतलब की आ कि जो इलैक्ट्रिक पोटेंशियल V इज इक्वल टू जिन्ना काम हो रहा है, ठीक है, वर्क डन, ठीक है, वर्क डन अपॉन चार्ज। ठीक है, किसी बॉडी ने चार्ज नू स्टोर किया है, ठीक है, वो चार्ज जिहड़ा वा समय दे नाल किन्नू देना है, जिहड़ा मतलब काम होएगा। ठीक है, वर्क डन अपॉन चार्ज। ठीक है, W अपॉन Q, W की आ एनर्जी। ठीक है, इनू आपां किहना डिनोट करांगे, जाउल, तो चार्ज के कूलम, J बाय C। ओके, जे बाई चांस तुहानू इलैक्ट्रिक पोटेंशियल का यूनिट पुछ लेंदे ने, J बाय C मतलब जॉल पर कूलम लिखा है तो वो सही होएगा। वैसे इलैक्ट्रिक पोटेंशियल का यूनिट जिहड़ा वा वो कूलम भी हुंदा है, सॉरी वो वोल्ट भी हुंदा है। ठीक है, वोल्ट और जॉल पर कूलम। ठीक है, उस तो बाद गल करते हैं पोटेंशियल डिफरेंस की, पोटेंशियल डिफरेंस। ठीक है, ये बहुत ही मतलब कॉमन टॉपिक है, अक्सर देखते हैं जिदा हम घर के कोई लैंप लगा होंदा है। ठीक है, लैंप लगा होया वा तो घर के सप्लाई कितनी होंदी है, 220 वोल्ट, 220 वोल्ट। ਇਹਦਾ मतलब की होया वा कि ਜਿਹੜਾ ਸਾਡਾ बल्ब है, मान लो 100 वाट तो 220 वोल्ट वा। ਇਹਦਾ मतलब की ਹੁੰਦਾ है, ਇਹਦਾ मतलब ਹੁੰਦਾ है कि उस बल्ब ਨੂੰ ऑपरेट होने ਦੇ ਲਈ 220 वोल्ट चाहिए। 220 वोल्ट का मतलब की आ, 220 वोल्ट का पोटेंशियल डिफरेंस चाहिए है। आ देखो, ठीक है, एक साइड ते कितना होएगा 220 वोल्ट तो दूसरी साइड ते कितना होएगा 0। इनू कहते हैं पोटेंशियल डिफरेंस। इस तरीके नाल जे 6 वोल्ट आ, 6 वोल्ट का मतलब की आ, पोटेंशियल डिफरेंस जे 6 वोल्ट है उसका मतलब की आ कि जेकर कोई चीज़ आप इत्थे कनैक्ट करते हैं, ठीक है, एक साइड ते उसका पोटेंशियल कितना होएगा हायर, दूजी साइड ते लोअर, लोअर कितना 0। ठीक है, जे मान लो ये पॉइंट ए आ, ये पॉइंट बी आ, पोटेंशियल डिफरेंस की जे आप गल की जाए, आप वी ए माइनस वी बी करांगे, वी ए माइनस वी बी। ठीक है, तो साढ़े कोल की आ जाएगा वी आ जाएगा। हुण वी की आ 220 वोल्ट, क्योंकि 220 माइनस 0 कितना आ जाता है 220 वोल्ट। इस तरीके दे नाल जे इत्थे कोई होर मान लो इत्थे कोई वैल्यू हैगी है 20 वोल्ट की, तो सानू कह देंगे पोटेंशियल डिफरेंस कढ़ दो तो कितना हो जाएगा, फिर 200 वोल्ट हो जाएगा। ओके, इस करके आपां जदों भी पोटेंशियल डिफरेंस नू कैलकुलेट करते हैं, घर दे विच आपां आम तौर पर एक ही वैल्यू लिख दिंदे हैं, जां किते भी लिखते हैं उत्थे सिर्फ 220 वोल्ट लिख दिंदे हैं। इस तरीके नाल जदों सानू न्यूमैरिकल्स करन दी जरूरत पैंदी है, 2 पॉइंट्स दे विच पोटेंशियल डिफरेंस कड्ढण दी जरूरत पैंदी है, उदों असीं कन्फ्यूज़ हो जांदे आ। एक्चुअली की आ, ये जिहड़ा डिफरेंस हुंदा वा पोटेंशियल डिफरेंस का मतलब 2 पॉइंट्स दे विच डिफरेंस। हुण तुसीं कदी भी जदों भी देखोगे इत्थे जे तुसीं वोल्ट मीटर इस पॉइंट दे उत्ते कनैक्ट करोगे, ठीक है, वी वोल्ट मीटर इस कनैक्ट ते इस पॉइंट दे कनैक्ट करते जे इन्हें 220 वोल्ट ही दसना दी, क्योंकि 2 पॉइंटां दे विच इलैक्ट्रिक पोटेंशियल का डिफरेंस है। ठीक है, 200 वोल्ट जिहड़े 220 वोल्ट वा वो की आ, वो ड्रॉप हो रहे आ इस बल्ब दे विच। जे यही इत्थे कंडक्टर होवे, सपोज करो यही इत्थे कंडक्टर होवे, इत्थे तुसीं वोल्ट मीटर ला दोगे तो ये वोल्ट मीटर की रीडिंग 0 आ जाएगी, क्योंकि ये कोई भी ड्रॉप नहीं हो रहा। एक्चुअली ये सानू वोल्ट मीटर दसदा कि आ जिन्नी वोल्टेज ड्रॉप हो रही है, मतलब 2 पॉइंटां दे विच जिहड़ा डिफरेंस कह लो, ठीक है, वो डिफरेंस है।
ਓਕੇ, ਜਾਂ ਫਿਰ ਇਹ ਰੀਡਿੰਗ ਸਾਨੂੰ ਉਦੋਂ ਦੇਗਾ ਜਦੋਂ ਇਹ ਪੁਆਇੰਟ ਦੋ ਓਪਨ ਨੇ, ਜਾਂ ਫਿਰ ਇਹ ਰੀਡਿੰਗ ਉਦੋਂ ਦੇਗਾ ਜਦੋਂ ਇੱਥੇ ਕੋਈ ਨਾ ਕੋਈ ਲੋਡ ਕਨੈਕਟਡ ਹੈ। ਠੀਕ ਹੈ, ਇੱਥੇ ਇਹਨੇ ਡ੍ਰੌਪ ਦੱਸ ਦੇਣੇ ਆ, ਇੱਥੇ ਇਹਨੇ ਸਾਨੂੰ ਦੱਸ ਦੇਣੀ ਹੈ ਨੋ ਵੋਲਟ, ਮਤਲਬ ਕਿ ਵੋਲਟੇਜ ਕੋਈ ਨਹੀਂ ਹੈਗੀ, ਓਪਨ ਜਿਹੜੇ ਆ ਉਹ ਓਪਨ ਵੋਲਟੇਜ ਦੱਸ ਦੇਣੀ ਆ। ਠੀਕ ਹੈ, ਓਪਨ ਸਰਕਟ ਵੋਲਟੇਜ ਦੱਸ ਦੇਣੀ ਆ। ਓਕੇ, ਜਦੋਂ ਆਪਾਂ ਨੂਮੈਰੀਕਲਸ ਕਰਾਂਗੇ ਅੱਗੇ ਜਾਂ ਮਤਲਬ ਸਰਕਟ ਸੋਲਵ ਕਰਾਂਗੇ ਉਸ ਟਾਈਮ ਇਹਦੀ ਜਿਹੜੀ ਜ਼ਰੂਰਤ ਪਏਗੀ। ਠੀਕ ਹੈ, ਹੁਣ ਆਪਾਂ ਵੋਲਟੇਜ ਦੀ ਗੱਲ ਕਰ ਲਈਏ। ਕਈ ਵਾਰੀ ਵੋਲਟੇਜ ਦੀ ਗੱਲ ਚੱਲਦੀ ਆ, ਇਹਦਾ ਪੀਡੀ ਦਾ ਯੂਨਿਟ ਵੀ ਸੇਮ ਹੀ ਹੈ। ਠੀਕ ਹੈ, ਪੀਡੀ ਦਾ ਯੂਨਿਟ ਵੀ ਜਿਹੜਾ ਵਾ ਨਾ, ਪੋਟੈਂਸ਼ੀਅਲ ਡਿਫਰੈਂਸ ਦਾ ਯੂਨਿਟ ਵੀ ਜਿਹੜਾ ਵਾ ਉਹ ਵੋਲਟ ਹੀ ਹੈ। ਠੀਕ ਹੈ, ਉਸ ਤੋਂ ਬਾਅਦ ਆ ਜਾਂਦੀ ਵੋਲਟੇਜ। ਵੋਲਟੇਜ ਨੂੰ ਜੇ ਸਿੰਪਲ ਆਪਾਂ ਸਮਝਣਾ ਹੋਵੇ, ਇਹ ਕੀ ਆ, ਇਲੈਕਟ੍ਰਿਕ ਪ੍ਰੈਸ਼ਰ ਹੈ। ਇਲੈਕਟ੍ਰਿਕ ਪ੍ਰੈਸ਼ਰ ਜਿਹੜੇ ਕਿ ਇਲੈਕਟ੍ਰੋਨਸ ਨੂੰ ਫਲੋ ਕਰਨ ਦੇ ਵਿੱਚ ਮਦਦ ਕਰਦਾ ਹੈ, ਕਿਉਂਕਿ ਕਰੰਟ ਤਾਂ ਹੀ ਫਲੋ ਕਰੇਗਾ ਜੇ ਵੋਲਟੇਜ ਹੋਏਗੀ, ਅਦਰਵਾਈਜ਼ ਕਰੰਟ ਨਹੀਂ ਫਲੋ ਕਰੇਗਾ। ਠੀਕ ਹੈ, ਵੋਲਟੇਜ ਕੀ ਆ, ਪੋਟੈਂਸ਼ੀਅਲ ਜਾਂ ਕਹਿ ਲਓ ਇਲੈਕਟ੍ਰਿਕ ਪ੍ਰੈਸ਼ਰ ਹੈ ਜਿਹਦੇ ਕਰਕੇ ਕਿਸੇ ਵੀ ਸਰਕਟ ਦੇ ਵਿੱਚ ਕਰੰਟ ਫਲੋ ਕਰਦਾ ਹੈ। ਨੈਕਸਟ ਆ ਜਾਂਦਾ EMF। ਨੈਕਸਟ ਕੀ ਆ, EMF। EMF ਦਾ ਮਤਲਬ ਹੁੰਦਾ ਹੈ ਇਲੈਕਟ੍ਰੋਮੋਟਿਵ ਫੋਰਸ। ਇਲੈਕਟ੍ਰੋਮੋਟਿਵ ਫੋਰਸ। ਠੀਕ ਹੈ, ਠੀਕ ਹੈ, ਇਲੈਕਟ੍ਰੋਨਸ ਨੂੰ ਮੂਵ ਕਰਾਉਣ ਵਾਲੀ ਤਾਕਤ ਨੂੰ ਜਾਂ ਫੋਰਸ ਨੂੰ ਆਪਾਂ ਕੀ ਕਹਿੰਦੇ, EMF ਕਹਿੰਦੇ ਆ। ਠੀਕ ਹੈ, ਕਲੀਅਰ? ਓਕੇ।